ਵੀਕਮ BA BSc ਸਮੈਸਟਰ 5 ਦੇ ਵਿਦਿਆਰਥੀਓ, ਤੁਹਾਡੇ 5ਵੇਂ ਸਮੈਸਟਰ ਦੇ ਸਿਲੇਬਸ ਦੇ ਮੁਤਾਬਕ ਤੁਹਾਡਾ ਨਾਵਲ ਇਹੋ ਹਮਾਰਾ ਜੀਵਨਾ ਉਹਦੇ ਬਾਰੇ ਪਿਛਲੇ ਲੈਕਚਰਾਂ 'ਚ ਆਪਾਂ ਗੱਲ ਕੀਤੀ ਸੀ। ਅੱਜ ਆਪਾਂ ਉਸ ਤੋਂ ਅੱਗੇ ਗੱਲ ਕਰਦੇ ਹਾਂ। ਵਿਦਿਆਰਥੀਓ, ਜਿਵੇਂ ਆਪਾਂ ਦੇਖਿਆ ਸੀ, ਦਲੀਪ ਕੌਰ ਟਿਵਾਣਾ ਦਾ ਇਹ ਨਾਵਲ ਸਾਹਿਤ ਅਕੈਡਮੀ ਜੇਤੂ ਨਾਵਲ ਹੈ ਔਰ ਸਾਹਿਤ ਅਕੈਡਮੀ ਇਨਾਮ ਜੇਤੂ ਇਸ ਨਾਵਲ ਦੇ ਵਿੱਚ ਦਲੀਪ ਕੌਰ ਟਿਵਾਣਾ ਨੇ ਔਰਤ ਦੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਸਫਲਤਾ ਪ੍ਰਾਪਤ ਕੀਤੀ ਹੈ। ਅੱਜ ਆਪਾਂ ਤੀਸਰੇ ਕਾਂਡ ਦੀ ਗੱਲ ਕਰਾਂਗੇ। ਜਿਹੜੇ ਮੁੱਖ ਪਾਤਰ ਹੈ, ਜਿਸ ਤਰ੍ਹਾਂ ਭਾਨੀ ਇਸ ਨਾਵਲ ਦੀ ਕੇਂਦਰੀ ਪਾਤਰ ਹੈ, ਨਰਾਇਣ ਔਰ ਸੰਤੀ, ਦਿਆਲੋ, ਬਚਨੀ, ਇਹ ਸਾਰੇ ਇਸ ਨਾਵਲ ਦੇ ਵਿੱਚ ਪੇਸ਼ ਹੋ ਚੁੱਕੇ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਜਿਹੜਾ ਇੱਕ ਪਾਤਰ ਹੈਗਾ ਸਰਵਣ, ਉਹ ਹਮੇਸ਼ਾ ਹੀ ਇਸ ਨਾਵਲ ਦੀ ਕੇਂਦਰੀ ਪਾਤਰ ਭਾਨੋ ਦੇ ਦਿਲ ਦਿਮਾਗ ਦੇ ਉੱਪਰ ਛਾਇਆ ਰਹਿੰਦਾ ਹੈ। ਉਸ ਦੀ ਯਾਦ ਹਮੇਸ਼ਾ ਉਹਦੇ ਨਾਲ ਬਣੀ ਰਹਿੰਦੀ ਹੈ ਔਰ ਅਗਲੇ ਚੈਪਟਰਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਇਹ ਅੱਗੇ ਤੁਰੂਗੀ। ਇਸ ਚੈਪਟਰ ਦੇ ਵਿੱਚ ਇੱਕ ਨਵਾਂ ਪਾਤਰ ਜਿਹੜਾ ਜਾਗਰ ਹੈ ਔਰ ਉਹ ਦਿਆਲੋ ਦਾ ਦਿਓਰ ਹੈ, ਉਹ ਆ ਕੇ ਸ਼ਾਮਲ ਹੁੰਦਾ ਹੈ ਔਰ ਉਹ ਭਾਨੋ ਦੀ ਇੱਜ਼ਤ ਨੂੰ ਤਕਾਉਂਦਾ ਹੈ। ਇਸ ਦੇ ਬਾਰੇ ਚਰਚਾ ਹੋਊਗੀ ਔਰ ਭਾਨੋ ਦੇ ਕਰੈਕਟਰ ਨੂੰ ਹੋਰ ਉਭਾਰਨ ਦੀ ਕੋਸ਼ਿਸ਼ ਕਰੂਗੀ ਨਾਵਲਕਾਰ। ਦੇਖੋ, ਇਹਦੀ ਆਪਾਂ ਪੜ੍ਹ ਲੈਂਦੇ ਹਾਂ। ਹੱਟੀ ਵਰਗਾ ਲਿਪਿਆ ਪੋਚਿਆ ਘਰ, ਤਲੀ ਦਿੱਤਾ ਸੰਭਰਿਆ ਸੂਰਿਆ ਅੰਦਰ, ਭਾਵੇਂ ਭੁੰਜੇ ਪਾ ਕੇ ਖਾ ਲਵੋ। ਇਹ ਅਸਲ ਦੇ ਵਿੱਚ ਭਾਨੋ ਦੀ ਸਚਿਆਰਪੁਣੇ ਨੂੰ ਪ੍ਰਗਟ ਕਰਨ ਦੀ ਗੱਲ ਕਰ ਰਹੀ ਰਾਈਟਰ, ਕਿ ਭਾਨੀ ਹੈ ਜਿਹੜੀ ਉਹ ਐਰੀ ਗੈਰੀ ਔਰਤ ਨਹੀਂ ਸੀਗੀ, ਉਹਨੂੰ ਸਾਰੇ ਕੰਮ ਆਉਂਦੇ ਸੀਗੇ। ਔਰ ਜਿਸ ਸਮੇਂ ਦੇ ਪੰਜਾਬ ਦੀ ਇਹ ਗੱਲ ਕੀਤੀ ਜਾ ਰਹੀ ਹੈ, ਉਸ ਸਮੇਂ ਪਿੰਡਾਂ ਦੇ ਵਿੱਚ ਜਿਹੜੇ ਲੋਕਾਂ ਦੀ ਆਰਥਿਕ ਹਾਲਤ ਸੀਗੀ, ਉਸ ਦੇ ਮੁਤਾਬਕ ਇੱਕ ਘਰ ਦੇ ਢਾਂਚੇ ਨੂੰ, ਇੱਕ ਘਰ ਦੇ ਸਮੁੱਚੇ ਵਾਤਾਵਰਨ ਨੂੰ ਉਭਾਰਨ ਦੀ ਇੱਥੇ ਸਫਲ ਕੋਸ਼ਿਸ਼ ਹੋ ਰਹੀ ਹੈ। ਕਿਸੇ ਰਕਾਨ ਦੇ ਹੱਥ ਦਾ ਬਣਾਇਆ ਮੋਰਨੀਆਂ ਵਾਲਾ ਪੀੜੇ ਵਿੱਚ ਚਿਣਕੇ ਰੱਖੇ ਲਿਸ਼ਕਦੇ ਭਾਂਡੇ, ਚੱਕਮਾ ਚੁੱਲ੍ਹਾ ਵਿਦਿਆਰਥੀਓ ਇੱਕ ਅਜਿਹਾ ਚੁੱਲ੍ਹਾ ਹੁੰਦਾ ਸੀ ਜਿਹੜਾ ਮਿੱਟੀ ਦਾ ਬਣਾਇਆ ਜਾਂਦਾ ਸੀ ਔਰ ਸੁਵਿਧਾ ਦੇ ਅਨੁਸਾਰ ਜਦੋਂ ਵੀ ਕਿਤੇ ਉਸਨੂੰ ਖਾਣਾ ਬਣਾਉਣ ਦੀ ਖਾਤਰ ਜਾਂ ਤਾਂ ਅੰਦਰ ਬਾਹਰ ਕਰਨਾ ਪੈਂਦਾ ਸੀ ਤਾਂ ਉਹਨੂੰ ਚੁੱਕ ਕੇ ਅੰਦਰ ਲੈ ਜਾਂਦੇ ਸੀ ਜਾਂ ਉਹਨੂੰ ਚੁੱਕ ਕੇ ਬਾਹਰ ਵੀ ਰੱਖ ਦਿੱਤਾ ਜਾਂਦਾ ਸੀਗਾ। ਔਰ ਇੱਕ ਪੱਕਾ ਚੁੱਲ੍ਹਾ ਹੁੰਦਾ ਸੀ ਚੌਂਤਰੇ ਦੇ ਉੱਪਰ, ਜਿਹੜਾ ਪੱਕੇ ਤੌਰ ਤੇ ਲੱਗਿਆ ਹੁੰਦਾ ਸੀ। ਇਹ ਜਿਹੜਾ ਚੱਕਵਾਂ ਚੁੱਲ੍ਹਾ ਹੈ, ਸਰਦੀ ਦੇ ਵਿੱਚ ਅਕਸਰ ਔਰਤਾਂ ਠੰਡ ਤੋਂ ਬਚਣ ਦੇ ਲਈ ਅੰਦਰ ਸੁਹਾਗ ਦੇ ਵਿੱਚ ਕੰਮ ਕਰਨ ਦੀ ਖਾਤਰ ਚੱਕਵੇਂ ਚੁੱਲ੍ਹੇ ਤੋਂ ਕੰਮ ਲੈ ਲੈਂਦੀਆਂ ਸੀਗੀਆਂ। ਇਹ ਉਸ ਸਮੇਂ ਦੇ ਪੰਜਾਬ ਦੀ ਗੱਲ ਹੈ। ਅੱਜ ਕੱਲ੍ਹ ਤਾਂ ਦੇਖੋ ਹੁਣ ਗੈਸ ਵਾਲੇ ਚੁੱਲ੍ਹੇ ਹੈਗੇ ਆ, ਇਹ ਜਦੋਂ ਮਰਜ਼ੀ ਜਿੱਥੇ ਮਰਜ਼ੀ ਸ਼ਿਫਟ ਕਰ ਲਓ ਤੁਸੀਂ। ਪਰ ਚੱਕਵਾਂ ਚੁੱਲ੍ਹਾ ਇੱਕ ਮਿੱਟੀ ਦਾ ਚੁੱਲ੍ਹਾ ਹੁੰਦਾ ਸੀ ਜਿਹਦੇ 'ਚ ਅੱਗ ਮਚਾਈ ਜਾਂਦੀ ਸੀ ਔਰ ਉਹਦੇ 'ਤੇ ਖਾਣਾ ਵੀ ਬਣਾਇਆ ਜਾਂਦਾ ਸੀ। ਚੁੱਲ੍ਹੇ ਉੱਤੇ ਰਿੱਝਦੇ ਸਾਗ ਵਿੱਚੋਂ ਉੱਠਦੀ ਚਿੱਟੀ ਭਾਫ ਭਾਨੋ ਕੋਲ ਬੈਠੀ ਲਸਣ ਛਿੱਲ ਰਹੀ ਸੀ ਸਾਗ ਵਿੱਚ ਪਾਉਣ ਲਈ। ਬੇ ਨਰੈਣ, ਤੇਰੀ ਬਹੂ ਤਾਂ ਬੜੀ ਓ ਸੁਹੋਨਰੀ ਹੈ, ਕੰਡਾ ਕਢਾਉਣ ਲਈ ਆਈ ਸੰਤੀ ਨੇ ਧੋਤੇ ਹੋਏ ਕੱਪੜੇ ਪਾਈ ਬੈਠੇ ਚਿਲਮ ਪੀ ਰਹੇ ਨਰੈਣ ਨੂੰ ਕਿਹਾ। ਸੁਹੋਨਰੀ ਹੁੰਦਾ ਹੈਗਾ, ਸਚਿਆਰੀ ਹੈ, ਸਾਰੇ ਕੰਮ ਉਹਨੂੰ ਆਉਂਦੇ ਹੈ। ਚਿਲਮ ਪੀ ਰਿਹਾ ਨਰੈਣ ਪਹਿਲਾਂ ਵੀ ਤੁਹਾਨੂੰ ਮੈਂ ਕਿਹਾ ਸੀਗਾ ਕਿ ਨਸ਼ੇ ਕਰਦਾ ਹੈ ਔਰ ਜਦੋਂ ਨਸ਼ੇ ਕਰਦਾ ਹੈਗਾ ਉਹ ਨਸ਼ਿਆਂ ਦੀ ਹੀ ਗੱਲ ਕੀਤੀ ਗਈ ਹੈ। ਬਾਹਲੀ ਤਾਰੀਫ ਕਰਕੇ ਤੂੰ ਇਹਨੂੰ ਵਿਗਾੜ ਨਾ ਦੇਈਂ ਸੰਤੀ, ਜਾ ਵੇ ਵਿਗੜਿਆ ਹੋਇਆ ਤਾਂ ਸਗੋਂ ਤੂੰ ਹੈ, ਹਰ ਵੇਲੇ ਕੋਈ ਨਾ ਕੋਈ ਅਮਲ ਦੇਖ ਤਾਂ ਇਹਦਾ ਕੀ ਹਾਲ ਕਰ ਛੱਡਿਆ। ਕਾਨਿਆਂ ਵਰਗੀਆਂ ਟੰਗਾਂ ਬਾਹਾਂ, ਸੁੱਕਿਆ ਮੂੰਹ, ਬਈ ਬੰਦਾ ਦੁੱਧ ਕਿਉਂ ਖਾਵੇ ਜਿਹਾ ਰਾਹ ਹੈ। ਹੁਣ ਦੇਖੋ, ਇਹ ਅਸਲ ਦੇ ਵਿੱਚ ਨਰਾਇਣ ਦੀ ਜਿਹੜੀ ਸਥਿਤੀ ਹੈ, ਨਰਾਇਣ ਦਾ ਜਿਹੜਾ ਕਰੈਕਟਰ ਹੈ, ਉਹਨੂੰ ਵੀ ਉਭਾਰਿਆ ਜਾ ਰਿਹਾ। ਉਹਦੀ ਦਿੱਖ ਦੀ ਗੱਲ ਕੀਤੀ ਗਈ ਹੈ ਕਿ ਨਸ਼ੇ ਨੇ ਉਹਨੂੰ ਕਿਸ ਤਰ੍ਹਾਂ ਖਾ ਲਿਆ ਸੀ। ਲੈ, ਇਹ ਤਾਂ ਝਿੜਕਦੀ ਹੋਈ ਹੈ, ਤੂੰ ਵੀ ਲੱਗ ਗਈ। ਮੈਂ ਕਿਹਦੇ ਕੋਲ ਦਾਦ ਫਰਿਆਦ ਲਾਵਾਂ, ਜਿਹਦਾ ਨਾਂ ਅੰਮਾ ਨਾ ਬਾਬਾ। ਚੰਗਾ ਕਰਦੀ ਹੈ ਜੇ ਝਿੜਕਦੀ ਹੈ। ਕਹਿੰਦੀ ਵੀ ਭਾਨੋ ਇਹ ਕੰਮ ਚੰਗੇ ਕਰਦੀ ਜੇ ਤੈਨੂੰ ਝਿੜਕਦੀ ਹੈ। ਹੈਗਾ ਹੀ ਤੂੰ ਇਸ ਲਾਇਕ। ਬਈ ਕੀ ਪਿਆ ਇਹਨਾਂ ਚੀਜ਼ਾਂ 'ਚ, ਲਹੂ ਹੀ ਫੂਕਦੀਆਂ ਨੇ, ਕਦੇ ਸੁੱਖ
ਭੁੱਖਾ, ਕਦੇ ਸ਼ਰਾਬ, ਕਦੇ ਸੁਲਫਾ, ਕੁਛ ਨਾ ਕੁਛ ਝੁਲਸਦਾ ਹੀ ਰਹਿਣਾ। ਤੈਨੂੰ ਕੀ ਦੱਸਾਂ ਬੇਬੇ, ਕਾਦਸੀ ਵਾਲੇ ਦਿਨ ਮਹੀਨੇ ਦੇ ਵਿੱਚ ਇੱਕ ਦਿਨ ਰੱਖਿਆ ਜਾਂਦਾ ਸੀ ਜਿਹਦੇ ਵਿੱਚ ਕਿਹਾ ਜਾਂਦਾ ਸੀ ਵੀ ਧਰਤੀ ਸੁੱਤੀ ਹੋਈ ਹੈ, ਜਾਂ ਇੱਕ ਅਜਿਹਾ ਦਿਨ ਜਿਹਦੇ ਵਿੱਚ ਸਾਰੇ ਕਿਸਾਨ ਕੰਮ ਨਹੀਂ ਕਰਦੇ ਸੀ ਉਸ ਦਿਨ, ਔਰ ਬਾਕੀ ਜਿਵੇਂ ਜ਼ਮੀਨ ਨੂੰ ਖੋਦਣ ਦਾ ਕੰਮ ਨਹੀਂ ਕਰਦੇ ਸੀ, ਜ਼ਮੀਨ ਨੂੰ ਵਾਹੁਣ ਦਾ ਕੰਮ ਨਹੀਂ ਕਰਦੇ ਸੀ, ਔਰ ਕੁਛ ਪਿੰਡਾਂ ਦੇ ਵਿੱਚ ਤਾਂ ਬਲਦਾਂ ਨੂੰ ਵੀ ਉਸ ਦਿਨ ਦੇ ਲਈ ਰੈਸਟ ਦਿੱਤੀ ਜਾਂਦੀ ਸੀ। ਕਾਦਸੀ ਵਾਲਾ ਦਿਨ ਹੁੰਦਾ ਸੀ। ਕਾਦਸੀ ਵਾਲੇ ਦਿਨ ਮੇਰੇ ਨਾਲ ਜਾ ਕੇ ਗੁਰਦੁਆਰੇ ਨੇਮ ਕਰਕੇ ਆਇਆ ਸੀ, ਸਹੁੰ ਪਾਇਆ ਸੀ ਬਈ ਅੱਜ ਤੋਂ ਨਹੀਂ ਪੀਂਦਾ ਸ਼ਰਾਬ, ਪਰ 2 ਦਿਨ ਨਾ ਕੱਟੇ, ਸਗੋਂ ਰੱਬ ਤੋਂ ਵੀ ਝੂਠਾ ਪਿਆ। ਭਾਨੂ ਨੇ ਜਿਵੇਂ ਸ਼ਿਕਾਇਤ ਲਗਾਈ, ਰੱਬ ਆਪ ਸਹੁਰਾ ਕਿਹੜਾ ਪੀਂਦਾ ਨਹੀਂ ਹੋਣਾ? ਮੈਨੂੰ ਤਾਂ ਲੱਗਦਾ ਸੰਤੀ ਉਹ ਦਿਨ ਨੂੰ ਵੀ ਪੀ ਰੱਖਦਾ ਹੋਣਾ, ਤਾਂ ਹੀ ਸੰਸਾਰ ਤੇ ਨੇਰ ਵਰਤਿਆ ਪਿਆ। ਨਰੈਣ ਨੇ ਚਿਲਮ ਝਾੜ ਕੇ ਲੰਮਾ ਸੂਟਾ ਲਗਾਉਂਦਿਆਂ ਕਿਹਾ, ਚੁੱਪ ਕਰ ਵੇ, ਬਾਹਲਾ ਨਾ ਭੌਂਕ, ਰੱਬ ਤੋਂ 7 ਵੇਲੇ ਡਰੀਏ, ਉਸਦੇ ਰੰਗਾਂ ਦਾ ਕੀ ਪਤਾ ਹੁੰਦਾ। ਲੈ ਬੇਬੇ, ਨਿਕਲ ਗਿਆ ਕੰਡਾ। ਭਾਨੂ ਨੇ ਉਸ ਨੂੰ ਸੂਈ ਫੜਾਉਂਦਿਆਂ ਕਿਹਾ, ਜਿਉਂਦੀ ਵਸਦੀ ਰਹਿ, ਰੱਬ ਤੈਨੂੰ ਇੱਕ ਜੀ ਦੇ ਦੇਵੇ, ਇਸ ਘਰ ਤੇਰੀ ਜੜ ਮੁਨਿਆਦ ਲੱਗ ਜਾਵੇ, ਫੇਰ ਇਹ ਜਿੱਧਰ ਮਰਜ਼ੀ ਧੱਕੇ ਖਾਵੇ। ਹੁਣ ਦੇਖੋ ਕਿ ਘਰ ਦੇ ਵਿੱਚ ਕੋਈ ਨਿੱਕਾ ਨਿਆਣਾ ਬੱਚਾ ਵਗੈਰਾ ਹੋਵੇ ਤੇ ਤਾਂ ਕਿ ਤੇਰੀ ਜਿਹੜੀ ਜ਼ਿੰਦਗੀ ਹੈ ਉਹ ਹੋਰ ਸੁਧਰ ਜੇ, ਔਰ ਸਮਾਜ ਤੈਨੂੰ ਮਾਨਤਾ ਦੇ ਦੇ, ਔਰ ਤੂੰ ਇਸ ਘਰ ਦੀ ਮਾਲਕਣ ਬਣ ਜਾਵੇਂ। ਘਰ ਦੇ ਵਿੱਚ ਪੁੱਤ ਹੋਣਾ ਅਸਲ ਦੇ ਵਿੱਚ ਔਰਤ ਦੇ ਮਾਲਕ ਹੋਣ ਦੀ ਵੀ ਕਿਤੇ ਨਾ ਕਿਤੇ ਨਿਸ਼ਾਨੀ ਸੀਗੀ ਸਾਡੇ ਸੱਭਿਆਚਾਰ ਦੇ ਵਿੱਚ, ਸਾਡੇ ਪੇਂਡੂ ਕਲਚਰ ਦੇ ਵਿੱਚ। ਸਾਡੇ ਇਹ ਜਿਹੜਾ ਸੱਭਿਆਚਾਰ, ਜਿਹੜਾ ਕਲਚਰ ਹੈਗਾ, ਉਹ ਕਿਤੇ ਨਾ ਕਿਤੇ ਮਰਦ ਪ੍ਰਧਾਨ ਸਮਾਜ ਦੀ ਗੱਲ ਕਰ ਰਿਹਾ। ਤੈਨੂੰ ਨਹੀਂ ਪਤਾ ਸੰਤੀ, ਇਹ ਤਾਂ ਮੈਨੂੰ ਹੀ ਜਵਾਕ ਸਮਝਦੀ ਹੈ। ਤੂੰ ਦੇਖੀ ਨਾ ਆਕੜ ਇਹਦੀ, ਕਦੇ ਕਹੂ ਧੋਤੇ ਹੋਏ ਕੱਪੜੇ ਪਾ ਲੈ, ਕਦੇ ਕਹੂ ਜੁੱਤੀ ਇੱਥੇ ਨਾ ਲਾ, ਕਦੇ ਹੱਟੀਓਂ ਸੌਦਾ ਲਿਆ ਦੇ। ਹੁਣ ਆਹ ਤਿਲ ਰੱਖੇ ਪਏ ਨੇ ਕੁੱਟਣ ਨੂੰ, ਆਖਦੀ ਹੈ ਭੁੱਗਾ ਬਣਾਉਣਾ। ਨਰੈਣ ਨੇ ਚਿਲਮ ਰੱਖ ਕੇ ਤਿਲ ਕੁੱਟਣੇ ਸ਼ੁਰੂ ਕਰਤੇ। ਭੁੱਗਾ ਬਣਾਉਣ ਤੋਂ ਭਾਵ ਵੀ ਸਰਦੀ ਦੇ ਵਿੱਚ ਇੱਕ ਤਰ੍ਹਾਂ ਦੀ ਜਿਹੜੀ ਤਿਲਾਂ ਦੀ ਗੱਚਕ ਗੁੜ ਪਾ ਕੇ ਬਣਾਇਆ ਜਾਂਦਾ ਸੀ, ਪਿੰਨੀਆਂ ਵਗੈਰਾ, ਉਹਨੂੰ ਕਿਹਾ ਜਾਂਦਾ ਸੀ। ਜਾ ਵੇ ਬੰਦਾ ਬਣਾ ਤਾਂ ਤੈਨੂੰ ਜਿੱਦਣ ਦੀ ਆਈ ਹੈ। ਹੋਰ ਸੁਣ ਲੋ, ਅੱਗੇ ਮੈਂ ਬੰਦਾ ਹੀ ਨਹੀਂ ਸੀ, ਵੱਡੀ ਭਾਬੀ ਹੈ, ਮਖੌਲ ਕਰ ਲੂ ਤਾਂ ਕੀ ਹੈ। ਭਾਨੂ ਨੇ ਚੁੱਲ੍ਹੇ ਵਿੱਚੋਂ ਅੱਗ ਖੁਰਲ ਕੇ ਸੰਤੀ ਵੱਲ ਨੂੰ ਕਰਦਿਆਂ ਕਿਹਾ, ਪਰ ਮੈਂ ਤੈਨੂੰ ਇੱਕ ਗੱਲ ਆਖਾਂ ਨਰੈਣ, ਭਾਵੇਂ ਤੈਨੂੰ ਲੱਗੇ ਚੰਗੀ, ਭਾਵੇਂ ਲੱਗੇ ਮਾੜੀ, ਇਹ ਜਿਹੜੇ ਅਮਲੀ ਠਮਲੀ ਤੂੰ ਘਰ ਲੈ ਆਉਣਾ ਹੈ, ਇਹ ਗੱਲ ਚੰਗੀ ਨਹੀਂ। ਹੁਣ ਸੁੱਖ ਨਾਲ ਤੇਰਾ ਵਸਦਾ ਘਰ ਹੈ, ਕੋਈ ਛੜੇ ਛੜਾਂਗ ਦੀ ਝੌਂਪੜੀ ਤਾਂ ਹੈ ਨਹੀਂ। ਹੁਣ ਤਾਂ ਤੈਨੂੰ ਕਬੀਲਦਾਰਾਂ ਵਾਂਗੂ ਰਹਿਣਾ ਚਾਹੀਦਾ ਹੈ। ਇੱਥੇ ਵਿਦਿਆਰਥੀ ਦੇਖੋ ਕਿ ਇੱਕ ਸਮਝਦਾਰੀ ਦੀ ਗੱਲ ਕਰ ਰਹੀ ਹੈਗੀ ਹੈ ਜਿਹੜੀ ਉਹਦੀ ਗੁਆਂਢਣ ਹੈਗੀ ਹੈ ਸੰਤੀ, ਕਿ ਤੈਨੂੰ ਘਰ ਦੇ ਵਿੱਚ ਉਸ ਤਰ੍ਹਾਂ ਦੇ ਬੰਦੇ ਨਹੀਂ ਲਿਆਉਣੇ ਚਾਹੀਦੇ ਜੋ ਨਸ਼ਾ ਕਰਦੇ ਹੈ, ਔਰ ਤੇਰੇ ਘਰ ਦੇ ਵਿੱਚ ਆ ਕੇ ਉਹ ਨਸ਼ੇ ਨੂੰ बढ़ावा देंदे है ਜਾਂ नशे पीण की गल करते हैं। असल दे विच वो नशे नहीं पीण आउंदे, वो तेरे ਜਿਹੜੇ घर दे इज्जत आ उहनूं तकाउण आउंदे आ। इस तरह की गल किते ना किते संती करदी है और नारायण नूं एक सलाह दिंदी है और नारायण नूं एक सिक्ख्या भी दे रही है। मैं किहड़ा किसे कंजर नूं सद्दण जाना संती, आपे आ जांदे ने। ना तू कहा कर भी घुट पीनी है तो गुरुद्वारे हल्टी उत्ते बैठ के पी लिया करो, जां बावे दे डेरे वग जो, धीआं भैणां वाले घर नहीं ये गल्लां चंगियां लगदियां। मैं 20 वारी कहा सुनदा किहड़ा है बेबे, आप तां ये 2 घुट पी के गुट हो के पै जांदा है, अगले अखां पाड़ पाड़ के झाकदे आ सारे घर कन्नी। भानू ने नारायण तो फड़ के आप काली काली तिल कुटदे आ कहा, लै झाकदे ने ये सूरां परी कन्नी, ਐਵੇਂ ਭੌਂਕੀ ਜਾਂਦੀ है वे पी के किते बंदे नूं पता रहिंदा हुंदा नारायण। लै संती पी के की होया हुंदा है, पर साऊ तू जरूर अपने घर दी मिट्टी पट्टनी है, चल कह दूंगा गाहां तो। पर संती इस नूं तां कह तू देख लै माड़ा जा किते किसी दे घर महाराज खुलिया होवे, सारा सारा दिन उत्थे ही बैठी रहू, एवें लोगां दे जूठे भांडे मांजदी जाऊ, जुत्तियां झाड़ू अखे ये सेवा है, घर भावें मैं रोटी कनियो भुखा बैठा। बे नारायण ये पासा तो माड़ा नहीं, कुछ गाहां वास्ते भी बीजना चाहिए। पिछले जन्म कोई चंगे काम कीते ने तां इस वर्गियां सोहनरियां अख दी शर्म वालियां
ਨੂੰਹਾਂ ਧੀਆਂ ਦੇ ਤਾਂ ਲੋਕ ਪੈਰ ਧੋ ਧੋ ਪੀਂਦੇ ਨੇ। ਹੁਣ ਅਸਲ ਦੇ ਵਿੱਚ ਇਹ ਭਾਨੀ ਦੇ ਕਰੈਕਟਰ ਦੀ ਗੱਲ ਕੀਤੀ ਹੈ, ਭਾਨੀ ਦੇ ਆਚਰਨ ਦੀ ਗੱਲ ਕੀਤੀ ਹੈ, ਭਾਨੀ ਦੇ ਬਾਰੇ ਗੱਲ ਕਰ ਰਹੀ ਹੈਗੀ ਸੰਤੀ। ਉਸ ਦੇ ਉੱਤੇ ਜਿਹੜੀ ਹੈਗੀ ਹੈ ਨਾਵਲਕਾਰਾ ਭਾਨੀ ਦੇ ਕਰੈਕਟਰ ਨੂੰ ਦੋਨਾਂ ਦੀ ਗੱਲਬਾਤ ਦੇ ਵਿੱਚੋਂ ਉਭਾਰ ਰਹੀ ਹੈ ਕਿ ਭਾਨੀ ਤਾਂ ਬਹੁਤ ਹੀ ਸੁਚਾਰੀ ਔਰਤ ਹੈ, ਔਰ ਉਹ ਸੁਚਾਰਪੁਣਾ ਕਰਕੇ ਆਪਣੀ ਇੱਜ਼ਤ ਕਰਕੇ ਹੀ ਇਸ ਤਰ੍ਹਾਂ ਦੀਆਂ ਜਿਹੜੀਆਂ ਔਰਤਾਂ ਸਮਾਜ ਦੇ ਵਿੱਚ ਮਾਣ ਹਾਸਲ ਕਰਦੀਆਂ। ਆਹੋ ਮੈਨੂੰ ਪਤਾ ਬਈ ਤੂੰ ਤਾਂ ਇਸ ਦੇ ਵੱਲ ਦੀ ਹੀ ਗੱਲ ਕਰੇਂਗੀ, ਨਹੀਂ ਮੈਂ ਤਾਂ ਰੱਬ ਲੱਗਦੀ ਗੱਲ ਕਰਦੀ ਹਾਂ। ਮੈਂ ਤਾਂ ਵਿਚਾਰੀ ਇਸ ਤੋਂ ਨਹੀਂ ਕੁਛ ਲੈ ਕੇ ਖਾਣਾ ਤੇ ਇੱਥੋਂ ਨਹੀਂ ਲੈ ਕੇ ਖਾਣਾ। ਲੈ ਬੇਬੇ ਦੇਖ ਹੋ ਗਿਆ ਠੀਕ, ਭੁੱਗੇ ਦੀ ਇੱਕ ਪਿੰਨੀ ਸੰਤੀ ਨੂੰ ਫੜਾਉਂਦੀ ਭਾਨੂੰ ਬੋਲੀ। ਕੁੜੇ ਮੈਂ ਕਿਤੇ ਨਿਆਣੀ ਆ, ਪਿੰਨੀ ਫੜ ਕੇ ਭੋਰਾ ਤੋੜ ਕੇ ਮੂੰਹ ਵਿੱਚ ਪਾਉਂਦਿਆਂ ਸੰਤੀ ਨੇ ਕਿਹਾ ਬੇਬੇ ਸੰਤੀ, ਕੁੜੇ ਬੇਬੇ ਸੰਤੀ। ਉਸ ਨੂੰ ਬਾਹਰੋਂ ਕੋਈ ਆਵਾਜ਼ ਮਾਰ ਰਿਹਾ, ਇਹ ਆਵਾਜ਼ ਦਿਆਲੋ ਮਾਰ ਰਹੀ ਹੈ ਤਾਂ ਖਬਰ ਨਹੀਂ ਦਿਆਲੋ ਹਾਕਾ ਮਾਰਦੀ ਹੈ। ਕੁੜੇ ਆਈ, ਸੰਤੀ ਨੇ ਪਿੰਨੀ ਮੂੰਹ ਵਿੱਚ ਪਾਈ, ਮੂੰਹ ਉੱਤੋਂ ਦੀ ਹੱਥ ਫੇਰਿਆ ਤੇ ਤੁਰ ਪਈ। ਮੱਥਾ ਟੇਕਦੀਆਂ ਬੇਬੇ ਕਿੱਥੇ ਗਈ ਸੀ? ਮੈਂ ਜੋਤੇ ਦੀ ਭਾਲਦੀ ਫਿਰਦੀ ਹਾਂ। ਜੋਤਾ ਇੱਕ ਜਿਵੇਂ ਸਮਾਂ ਮਿਲਣ ਦਾ ਸਾਧਨ, ਤੁਹਾਨੂੰ ਪਹਿਲਾਂ ਵੀ ਦੱਸੀ ਸੀ ਇਹ ਗੱਲ ਕਿ ਦਿਨ ਦੇ ਵਿੱਚ ਨੂੰ ਪਾਰਟਾਂ ਦੇ ਵਿੱਚ ਵੰਡਿਆ ਜਾਂਦਾ ਸੀ ਪਿੰਡਾਂ ਦੇ ਵਿੱਚ। ਜੋਤਾ ਇੱਕ ਉਹਦਾ ਹਿੱਸਾ ਸੀ। ਜਿਵੇਂ ਪਹਿਲੀ ਘੰਟਾ ਹੋ ਗਿਆ ਮੈਂ ਤੁਹਾਨੂੰ ਲੱਭਦੇ ਨੂੰ, 2 ਘੰਟੇ ਹੋ ਗਏ ਲੱਭਦੇ ਨੇ। ਇਸ ਤਰ੍ਹਾਂ ਜਿਉਂਦੀ ਵਸਦੀ ਰੋ, ਰੱਬ ਤੈਨੂੰ ਭਾਗ ਲਾਵੇ। ਮੈਂ ਭਾਨੋਂ ਤੋਂ ਕੰਡਾ ਕਢਾਉਣ ਗਈ ਸੀ। ਫਿਰ ਮੈਂ ਕਿਹਾ ਨਰੈਣ ਨੂੰ ਵੀ ਆਖ ਜਾਵਾਂ ਬਈ ਇਹ ਕਬੀਲਦਾਰੀ ਦਾ ਵਿਹੜਾ ਹੈ, ਐਵੇਂ ਨਾ ਲੁੱਚੇ ਲੰਡਿਆਂ ਨੂੰ ਇਕੱਠੇ ਕਰਕੇ ਲੈ ਆਇਆ ਕਰ, ਸਾਰੇ ਧੀਆਂ ਭੈਣਾਂ ਵਾਲੇ ਆ। ਨੀ ਬੇਬੇ ਤੂੰ ਤਾਂ ਭੋਲੀ ਐ, ਨਰੈਣ ਕਰਕੇ ਕਿਹੜਾ ਆਉਂਦਾ, ਤੂੰ ਆਪ ਹੀ ਸਿਆਣੀ ਐ। ਜਿਹਦੇ ਕਰਕੇ ਆਉਂਦੇ ਨੇ ਉਸ ਕਰਕੇ ਹੀ ਆਉਂਦੇ ਨੇ। ਦੇਖੋ ਹੁਣ ਦਿਆਲੋ ਨੈਗੇਟਿਵ ਗੱਲਾਂ ਕਰ ਰਹੀ ਹੈਗੀ ਹੈ ਭਾਨੀ ਬਾਰੇ, ਔਰ ਸੰਤੀ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਅਜਿਹੀ ਗੱਲ ਭਰਨਾ ਚਾਹੁੰਦੀ ਹੈ ਕਿ ਭਾਨੂੰ ਖੁਦ ਮਾੜੀ ਹੈਗੀ ਹੈ, ਕਰੈਕਟਰ ਦੀ ਮਾੜੀ ਹੈ, ਔਰ ਉਹ ਇਸੇ ਕਰਕੇ ਲੋਕ ਉਹਦੇ ਕੋਲੇ ਆਉਂਦੇ ਆ। ਪਰ ਇਹ ਗੱਲ ਗਲਤ ਹੈ। ਭਾਨੂੰ ਦੇ ਬਾਰੇ ਰਾਈਟਰ ਬਿਲਕੁਲ ਸਪਸ਼ਟ ਹੈਗੀ, ਸਾਫ਼ ਹੈਗੀ ਕਿ ਉਹ ਆਚਰਨ ਦੀ ਬਹੁਤ ਉੱਚੀ ਹੈ। ਕੁੜੇ ਦਿਆਲੋ ਰੱਬ ਨੂੰ ਜਾਣ ਦੇਣੀ ਹੈ, ਭਾਨੂੰ ਤਾਂ ਇਹੋ ਜਿਹੀ ਲੱਗਦੀ ਨਹੀਂ। ਲੱਗਣ ਨੂੰ ਹੋਰ ਉਸ ਦੇ ਫੰਗ ਲੱਗੇ ਹੋਣ। ਜਿਹੜੀ ਪੇਕੇ ਸਹੁਰੇ ਛੱਡ ਰਾਮ ਗਊ ਬਣੀ ਫਿਰਦੀ ਹੈ ਉਹ ਤੇਰੇ ਭਾ ਦੀ ਭਲੀ ਹੋ। ਕੁੜੇ ਕੀ ਪਤਾ ਹੁੰਦਾ ਹੈ ਅਗਲਾ ਕਿਹੜਾ ਗੱਲੋਂ ਅੰਗਿਆਰਾਂ ਤੋਂ ਦੀ ਤੁਰਦਾ। ਹਾਂ ਕਹਿੰਦੀ ਵੀ ਅਗਲਾ ਕਿਹੜੀ ਗੱਲੋਂ ਅੰਗਿਆਰਾਂ ਉੱਤੋਂ ਦੀ ਤੁਰਦਾ। ਭਾਵ ਪਤਾ ਨਹੀਂ ਕਿਉਂ ਇਸ ਤਰ੍ਹਾਂ ਦੇ ਕਦਮ ਚੱਕਦੇ ਆ ਇਹ ਲੋਕ, ਕਿਉਂ ਇਸ ਤਰ੍ਹਾਂ ਦੀ ਉਹਨੂੰ ਕਦਮ ਚੁੱਕਣਾ ਪਿਆ, ਤੈਨੂੰ ਕੀ ਪਤਾ। ਨਹੀਂ ਬੇਬੇ ਤੂੰ ਤਾਂ ਸਾਰੇ ਜੱਗ ਨੂੰ ਆਪਣੇ ਵਰਗਾ ਸਮਝਦੀ ਹੈ, ਮੈਨੂੰ ਤਾਂ ਇਹਦੇ ਲੱਛਣ ਚੰਗੇ ਨਹੀਂ ਲੱਗਦੇ। ਜਿਹਦੇ ਕਿਸੇ ਦੇ ਪਾਠ ਖੁੱਲਿਆ ਹੋ ਮੂਹਰੇ ਭੱਜੀ ਫਿਰੂ ਵੱਡੀ ਭਗਤਨੀ, 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ। 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਭਾਵ ਕਿ ਉਹ ਇੱਕ ਅਖਾਣ, ਇੱਕ ਮੁਹਾਵਰਾ ਕਿ ਬੰਦਾ ਸਾਰੀ ਉਮਰ ਗਲਤ ਕੰਮ ਕਰੇ ਤੇ ਅਖੀਰ ਤੇ ਜਾ ਕੇ ਭਗਤੀ ਕਰੇ, ਉਸ ਤਰ੍ਹਾਂ ਦੀ ਗੱਲ ਹੈ। ਕੁੜੇ ਦਿਆਲੋ ਰੱਬ ਦੀਆਂ ਰੱਬ ਹੀ ਜਾਣੇ, ਆਪਾਂ ਕਾਹਨੂੰ ਇਹੋ ਜਿਹੇ ਸੋਚ ਕੇ ਪਾਪਾਂ ਦੇ, ਇਹੋ ਜਿਹੇ ਸੋਚ ਦੇ ਪਾਪਾਂ ਦੇ ਭਾਗੀ ਬਣੀਏ। ਕੁੜੇ ਆ ਸਿੰਘਤ ਬੀਤੀ ਤਾਂ ਬਲਾਂ ਸੋਹਣੀ ਪਾਈ ਫਿਰਦੀ ਐ, ਨਵਾਂ ਕਰਵਾਇਆ ਸਿੰਘਤ ਬੀਤੀ ਇੱਕ ਔਰਤ ਦਾ ਗਹਿਣਾ। ਹੁਣ ਦੇਖੋ ਇੱਥੇ ਦਿਆਲੋ ਆਪਣੇ ਪੇਕਿਆਂ ਨੂੰ ਸਲਾਹੂਗੀ ਤੇ ਸਹੁਰਿਆਂ ਨੂੰ ਨਿੰਦੂਗੀ। ਨਹੀਂ ਬੇਬੇ ਇਹ ਤਾਂ ਮੁੰਡੇ ਦੇ ਹੋਏ ਤੋਂ ਮੇਰੇ ਪੇਕਿਆਂ ਨੇ ਪਾਇਆ ਸੀ। ਇਸ ਘਰ ਤਾਂ ਜਿੱਦਣ ਦੀਆਂ ਆਈਆਂ ਨੱਕ ਨੂੰ ਮੇਕ ਕਿਹੜਾ ਜੁੜੀ ਹੈ, ਨੱਕ ਨੂੰ ਮੇਕ ਮੀਨਜ ਕੋਕਾ। ਕੁੜੇ ਅੱਜ ਕੱਲ੍ਹ ਕਬੀਲਦਾਰੀਆਂ ਇਹੋ ਜਿਹੀਆਂ ਆਈਆਂ ਨੇ, ਮੇਰੀ ਵਾਰ ਨੂੰ ਕਬੀਲਦਾਰੀਆਂ ਆ ਜਾਂਦੀਆਂ ਨੇ। ਆਪਦੀ ਭੈਣ ਅਜੇ ਮਟਕਦੇ ਨੇ ਹੱਟੀਓਂ ਲੀੜੇ ਪੜਵਾ ਕੇ ਦੇ ਦੂਗਾ। ਆਪਦੇ ਪਤੀ ਦੀ ਗੱਲ ਕਰਦੀ ਹੈ ਕਿ ਆਪਦੀ ਭੈਣ ਨੂੰ ਤਾਂ ਨਾਲ ਨਾਲ ਸੂਟ ਬਣਾ ਕੇ ਦੇ ਦਿੰਦਾ। ਕੁੜੇ ਅੱਜ ਕੱਲ੍ਹ ਚਲੋ ਅੱਗੇ ਹੱਟੀਓ ਲੀੜੇ ਪੜਵਾ ਕੇ ਦੇ ਦੂਗਾ। ਹੋ ਵੀ ਤਾਂ ਦਿੱਤੇ ਸਰਦੇ ਨਹੀਂ ਤਾਂ ਅਗਲੇ ਮਹਿਣੇ ਮਾਰਦੇ ਨੇ ਬਈ ਪੇਕਿਆਂ ਤੋਂ ਝੱਗਾ ਚੁੰਨੀ ਵੀ ਨਾ ਸਰਿਆ। ਹੋਰ ਕੀ ਹਾਲ ਹੈ ਤੇਰੀ ਭਾਨੋ ਦਾ? ਦਿਆਲੋ ਨੇ ਧੁੱਪੇ ਤਰੇ ਕੁੜਕ ਨਾਲੋਂ ਠੰਡਾ ਆਪਣੇ ਹੱਥ ਉੱਤੇ ਮਲ ਕੇ ਬੱਤੀਆਂ ਬਣਾਉਂਦਿਆਂ ਕਿਹਾ ਅੱਗੇ, ਚੰਗੀ ਹੈ ਵਿਚਾਰੀ। ਲੈ ਵਿਚਾਰੀ ਵਿਚੂਰੀ ਕੋਈ ਨਹੀਂ ਬੇਬੇ, ਸਾਡੇ ਪਿੰਡ ਵੀ ਸੀਗੀ ਇੱਕ ਇਹੋ ਜਿਹੀ ਚਲਾ ਹੁੰਦੀ ਹੈਗੀ, ਮਾੜੇ ਕਰੈਕਟਰ ਵਾਲਾ ਇਨਸਾਨ। ਆਖੇ ਰੋਜ਼ ਗੁਰਦੁਆਰੇ ਪਾਠ ਸੁਣ ਜਾਂਦੀ ਹੈ। ਉਦੋਂ ਹੀ ਪਤਾ ਲੱਗਿਆ ਜਦੋਂ ਜਣਦਿਆਂ ਸਹੇੜਦਿਆਂ ਦੇ ਸਿਰ ਸੁਆਹ ਪਾ ਕੇ ਭਾਈ ਜੀ ਨਾਲ ਹੀ ਉਦਲ ਗਈ। ਪਰ ਉਸ ਦੇ ਤਾਂ ਘਰਦਿਆਂ ਨੇ ਪਿੱਛੇ ਕੀਤਾ, ਸਟੇਸ਼ਨ ਤੇ ਜਾ ਕੇ ਫੜ ਲਏ। ਭਾਈ ਜੀ ਦਾ ਮੂੰਹ ਕਾਲਾ ਕਰਕੇ ਗਲ ਛਿੱਤਰਾਂ ਦੀ ਮਾਲਾ ਪਾ ਕੇ ਗਧੇ ਤੇ ਬਿਠਾ ਕੇ ਸਾਰੇ ਪਿੰਡ ਦੇ ਦੁਆਲੇ ਗੇੜਾ ਦਿੱਤਾ ਤੇ ਉਸ ਭੱਜੜੇ ਪਿੱਟੀ ਨੇ ਪਿਓ ਨੂੰ ਸੱਦ ਕੇ ਨਾਲ ਹੱਕਤੀ ਬਈ ਆਪਦੀ ਨੂੰ ਖੂਹ 'ਚ ਸੁੱਟ, ਖਾਤੇ ਸੁੱਟ, ਸਾਡੇ ਤਾਂ ਕੰਮ ਦੀ ਨਹੀਂ। ਇੱਕ ਔਰਤ ਦੀ ਜਿਹੜੀ ਸਥਿਤੀ ਹੈਗੀ ਹੈ ਪਿੰਡ ਦੇ ਵਿੱਚ ਉਹ ਦੱਸੀ ਗਈ ਹੈ ਕਿ ਜਦੋਂ ਉਹ ਸਮਾਜ ਦੀਆਂ ਬਣਾਈਆਂ ਹੋਈਆਂ ਮਰਜ਼ਾਦਾਵਾਂ ਨੂੰ ਲੰਘਦੀ ਹੈ ਤਾਂ ਉਹ ਮਰਜ਼ਾਦਾਵਾਂ ਲੰਘਣ ਤੋਂ ਬਾਅਦ ਉਹਨੂੰ ਇਸ ਤਰ੍ਹਾਂ ਦੇ ਜਿਹੜੇ
ਸਜ਼ਾਵਾਂ ਭੁਗਤਣੀਆਂ ਪੈਂਦੀਆਂ, ਜਦ ਕਿ ਇੱਕ ਜਿਹੜਾ ਮਰਦ ਹੈਗਾ ਉਹਨੂੰ ਇਸ ਤਰ੍ਹਾਂ ਦੀਆਂ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ। ਇਹ ਵੀ ਇੱਕ ਤਰ੍ਹਾਂ ਦੇ ਨਾਲ ਔਰਤ ਤੇ ਮਰਦ ਦੇ ਵਿੱਚ ਫਰਕ ਦੀ ਗੱਲ ਕਰ ਰਿਹਾ ਹੈਗਾ, ਕਰ ਰਹੀ ਹੈ ਕਿ ਰਾਈਟਰ। ਬਿਲਕੁਲ ਠੀਕ ਹੈ, ਯਥਾਰਥ ਹੈ, ਸੱਚ ਹੈ। ਤੂੰ ਬੈਠ 10 ਚਾਹ ਤਰ੍ਹਾਂ ਨਹੀਂ ਬੇਬੇ, ਮੈਂ ਤਾਂ ਇੱਕ ਕੰਮ ਆਈ ਸੀ ਤੇਰੇ ਕੋਲ। 10 ਘਰ ਹੁੰਦਾ ਦਾ ਜਵਾਬ ਨਹੀਂ, ਪੂਰਾ ਸ਼ਰਾਬ ਚਾਹੀਦੀ ਹੈ। ਮੁੰਡੇ ਦੇ ਸੱਟ ਲੱਗ ਗਈ ਹੈ, ਪੱਟੀ ਬੰਨਣੀ ਹੈ। ਜੇ ਕਿਤੇ ਅੱਗੇ ਸੱਟ ਸੁੱਟ ਲੱਗ ਜਾਂਦੀ ਸੀ ਤਾਂ ਫਿਰ ਉਸਨੂੰ ਸ਼ਰਾਬ ਦੇ ਫੰਬੇ ਦੇ ਲਾ ਕੇ ਤੇ ਉਹਨੂੰ ਬਣਤਾ, ਕਿਉਂਕਿ ਉਹਦੇ ਸਪਿਰਟ ਵਗੈਰਾ ਟਾਈਪ ਹੁੰਦਾ ਹੈਗਾ, ਤੇ ਉਹ ਲਾ ਕੇ ਉਹ ਕਹਿ ਜਾਂਦਾ ਸੀ ਕਿ ਇਹ ਠੀਕ ਹੋ ਜਾਵੇ। ਉਹ ਸ਼ਰਾਬ ਤੋਂ ਇੱਕ ਤਰ੍ਹਾਂ ਦੇ ਨਾਲ ਸਪਿਰਟ ਦਾ ਕੰਮ ਲੈ ਕੇ ਤੇ ਜ਼ਖਮ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਅੱਗੇ ਸ਼ਰਾਬ ਆਪਣੇ ਕਿੱਥੇ, ਆਪਣੇ ਕੋਈ ਮੂੰਹ ਨਾ ਲਾਵੇ, ਹਾਂ ਨਰੈਣ ਕੇ ਹੋਊਗੀ। ਉਸੀ ਗੱਲ ਫਿਰ ਨਰੈਣ ਦੇ ਭੇਜਣ ਦੀ ਗੱਲ ਕਰ ਰਹੀ ਹੈ। ਮੈਂ ਕਿਹਾ ਪਿੱਛੇ ਜੇ ਆਪਣੀ ਸੀ ਤੋਂ ਉਹਦਾ ਪ੍ਰਾਹੁਣਾ ਆਇਆ ਸੀ, ਖਬਰੇ ਭੋਰਾ ਪਈ ਹੋਵੇ ਕਿਸੇ ਬੋਤਲ ਵਿੱਚ। ਜਦੋਂ ਘਰੇ ਕੋਈ ਬੰਦਾ ਪ੍ਰਾਹੁਣਾ ਆਉਂਦਾ ਹੈ ਤਾਂ ਪਿੰਡਾਂ ਦੇ ਵਿੱਚ ਉਹਨਾਂ ਨੂੰ ਸ਼ਰਾਬ ਪਿਆ ਕੇ ਉਹਦੀ ਆਓ ਭਗਤੀ ਕੀਤੀ ਜਾਂਦੀ ਹੈ, ਇੱਕ ਤਰ੍ਹਾਂ ਦੇ ਨਾਲ ਮਹਿਮਾਨ ਨਵਾਜੀ ਕੀਤੀ ਜਾਂਦੀ ਹੈ। ਲਿਆਂਦੀ ਤਾਂ ਸੀ ਪ੍ਰਾਹੁਣੇ ਆਏ ਤੋਂ, ਪਰ ਬਾਹਰਲੇ ਘਰ ਹੀ ਪੀਂਦੇ ਪੂੰਦੇ ਰਹੇ। ਖਾਲੀ ਬੋਤਲ ਜਿਹੜੇ ਉਹਨਾਂ ਦਾ ਕਾਮਾ ਸੀਗਾ ਉਹਦੀ ਧੀ ਲੈ ਗਈ, ਮੋਦੂ ਕਾਮੇ ਦੀ ਧੀ ਲੈ ਗਈ ਤੇਰੇ ਬਾਬੇ ਤੋਂ। ਤੈਨੂੰ ਪਤਾ ਹੈ ਜਵਾਬ ਤਾਂ ਦੇ ਹੀ ਨਹੀਂ ਹੁੰਦਾ ਉਸ ਤੋਂ ਕਿਸੇ ਨੂੰ। ਆਖੇ ਬਾਬਾ ਜੀ ਹੱਟੀਓਂ ਮਿੱਟੀ ਦਾ ਤੇਲ ਲਿਆਉਣਾ ਹੈ। ਮੈਂ ਕਿਹਾ ਸੀ ਵੀ ਘਰ ਕੰਮ ਆ ਜਾਂਦੀ, ਨਹੀਂ ਤਾਂ ਹੁਣ ਚਿੱਟੀ ਬੋਤਲ ਤਾਂ ਵਿਕ ਵੀ ਤਿਉਂ ਆਨਿਆਂ ਦੀ ਜਾਂਦੀ ਹੈ, ਤੂੰ ਭਾਨੋਂ ਤੋਂ ਪੁੱਛ ਲੈ। ਮੇਰਾ ਨਹੀਂ ਉਸ ਤੇ ਮੱਥੇ ਲੱਗਣ ਨੂੰ ਜੀ ਕਰਦਾ। ਮੈਂ ਤਾਂ ਕੱਲ ਸਾਡੇ ਜਾਗਰ ਨਾਲ ਵੀ ਲੜ ਪਈ ਬਈ ਕੀ ਕੰਮ ਹੈ ਤੇਰਾ ਉਹਨਾਂ ਦੇ ਘਰ ਗੇੜੇ ਮਾਰਨ ਦਾ। ਕੁੜੇ ਦਿਆਲੋ ਜਾਗਰ ਨੂੰ ਵਿਆਹ ਲੈ ਹੁਣ, ਜਦੋਂ ਤਾਈਂ ਤੇਰੇ ਹੱਥਾਂ ਕੰਨੀ ਝਾਕਦਾ ਰਹੂ, ਕਦੋਂ ਤੱਕ ਤੇਰੇ ਹੱਥਾਂ ਕੰਨੀ ਝਾਕਦਾ ਰਹੂ। ਬੇਬੇ ਕੋਈ ਕੰਮ ਦਾ ਸਾਕ ਆਵੇ ਤਾਂ ਗੱਲ ਹੈ, ਮਾੜੇ ਘਰ ਦੀ ਮੈਂ ਕੋਈ ਲੈਣੀ ਚਾਹੁੰਦੀ ਨਹੀਂ। ਜਿਹੜੀ ਆਉਂਦੀ ਹੋਈ ਲੈ ਕੇ ਅੱਡ ਹੋ ਜੇ। ਲੋਕ ਕਹਿੰਦੇ ਹੋਣਗੇ ਵੀ ਲਾਲਚ ਦੀ ਮਾਰੀ ਨਹੀਂ ਵਿਆਹੁੰਦੀ ਦਿਓਰ ਨੂੰ। ਇਹ ਇੱਕ ਤਰ੍ਹਾਂ ਦੇ ਨਾਲ ਆਪਣੇ ਆਪਸ ਦੇ ਵਿੱਚ ਗੱਲਬਾਤ ਇੱਕ ਗੱਲ ਨਿਕਲ ਰਹੀ ਹੈ ਕਿ ਉਹ ਲੋਕਾਂ ਦੀ ਪੱਖ ਹੈ ਵੀ ਲੋਕ ਇਹ ਗੱਲ ਸੋਚਦੇ ਹੋਣਗੇ ਕਿ ਦਿਆਲੋ ਆਪਣੇ ਦਿਓਰ ਨੂੰ ਨਹੀਂ ਵਿਆਹੁਣਾ ਚਾਹੁੰਦੀ, ਪਰ ਇਹ ਗੱਲ ਨਹੀਂ ਕਹਿੰਦੀ ਮੈਂ ਚੱਜ ਦੇ ਘਰ ਦਾ ਸਾਕ ਲੈਣਾ ਚਾਹੁੰਦੀ ਹਾਂ ਉਹਨੂੰ। ਮੈਂ ਰੱਬ ਨੂੰ ਜਾਣ ਦੇਣੀ ਹੈ। ਮੈਂ ਤਾਂ ਤੇਰੇ ਪੁੱਤ ਨੂੰ ਕਈ ਵਾਰੀ ਆਖ ਹਟੀਆਂ, ਪੁੱਤ ਭਾਵ ਉਹਦਾ ਆਪਣਾ ਪਤੀ, ਬਈ ਲੋਕਾਂ ਨੇ ਕਾਲਸ ਦਾ ਠੀਕਰਾ ਮੇਰੇ ਸਿਰ ਤੇ ਹੀ ਭੰਨਣਾ ਹੈ। ਤੂੰ ਲੈ ਕੋਈ ਸਾਕ, ਕੋਈ ਆਵੇ ਤਾਂ ਤੇਰੇ ਨਾਲ ਵੀ ਹੱਥ ਬਟਾਵੇ। ਕਲਾਪੀ ਨੂੰ ਤਾਂ ਖਰਾ ਹੀ ਔਖਾ ਹੁੰਦਾ, ਕਲਾਪੀ ਇਕੱਲੇ ਬੰਦੇ ਨੂੰ। ਮੇਰੇ ਨਾਲ ਤਾਂ ਕੀ ਹੱਥ ਬਟਾਓ, ਚੱਲ ਘਰ ਤਾਂ ਵਸਦਾ ਹੋਊ। ਜਾਗਰ ਆਉਂਦੇ ਖਬਰ ਨਹੀਂ, ਆਹੋ ਉਹੀ ਉਹ ਅੱਗ ਲੱਗੀ ਵਾਲਾ ਜਾਂਦਾ ਹੋ ਭਾਨੜੋ ਦੇ ਘਰ ਨੂੰ ਟੁੱਟ ਪੈਣਾ। ਕੱਲ ਅਜੇ ਮੇਰੇ ਕੋਲੋਂ ਨੇਮ ਚੁੱਕ ਕੇ ਹਟਿਆ, ਇੰਨੇ ਨੂੰ ਜਾਗਰ ਨੇੜੇ ਆ ਗਿਆ। ਬੇ ਕਿੱਧਰ ਨੂੰ ਮੂੰਹ ਚੱਕੀ ਆਉਣਾ ਜਾਗਰਾ? ਦਿਆਲੋ ਨੇ ਖਿੱਚ ਕੇ ਪੁੱਛਿਆ। ਮੈਂ ਤੈਨੂੰ ਹੀ ਸੱਦਣ ਆਇਆ ਭਾਬੀ, ਮੁੰਡਾ ਕਦੋਂ ਦਾ ਬਿਲਕੀ ਜਾਂਦਾ, ਤੂੰ ਮੁੜ ਕੇ ਆਈ ਨਹੀਂ। ਦਾਰੂ ਦਾ ਭੋਰਾ ਕਿਤੋਂ ਮਿਲਦਾ ਤਾਂ ਆਉਂਦੀ, ਮੈਂ ਲੈ ਆਉਣਾ ਨਰੈਣ ਤੋਂ। ਆਹੋ ਨਰੈਣ ਦੇ ਘਰੋਂ ਤੋਂ ਬਿਨਾਂ ਤੈਨੂੰ ਦਾਰੂ ਨਹੀਂ ਥੀ ਆਉਂਦੀ ਕਿਤੋਂ। ਤੂੰ ਚੱਲ ਮੈਂ ਆਇਆ। ਅੱਜ ਦੇਖ ਲੈ ਬੇਬੇ ਇਸ ਤੀਵੀਂ ਦੇ ਬਸ ਹੁੰਦਾ ਦਾ ਕਰੈਕਟਰ ਦੇਖ, ਇਹਦਾ ਸੁਭਾਅ ਦੇਖ ਕਿ ਕਿਵੇਂ ਜਾਗਰ ਵਰਗੇ ਨੂੰ ਆਪਣੇ ਮਗਰ ਲਾ ਰਹੀ ਹੈ। ਪਰ ਜਦ ਕਿ ਇਹ ਬਿਲਕੁਲ ਗਲਤ ਗੱਲ ਹੈ, ਉਹਦੇ ਤੇ ਇਲਜ਼ਾਮ ਹੀ ਲਾ ਰਹੀ ਹੈ। ਜਾਗਰ ਸਾਹ ਕਿਹੜਾ ਲੈਂਦਾ ਹੈ, ਚੱਲ ਲੈਣ ਦੇ, ਅੱਜ ਘਰ ਕਰਦੀਆਂ ਨਾਲ ਕਪੱਤ। ਮਹਾ ਦਿਆਲੋ ਐਵੇਂ ਨਹੀਂ ਬਾਹ ਨੂੰ ਗੱਡਾ ਦੇ ਦੀਆਂ ਹੁੰਦੀਆਂ, ਐਵੇਂ ਗੱਲਾਂ ਨਾ ਬਣਾਇਆ ਕਰ। ਕਹਿੰਦੀ ਨਰੈਣ ਨਾਲ ਜਾਗਰ ਦਾ ਬੈਠਣਾ ਉੱਠਣਾ ਕਈ ਸਾਲਾਂ ਤਾਂ ਹੈ। ਨਹੀਂ ਬੇਬੇ ਤੈਨੂੰ ਨਹੀਂ ਪਤਾ, ਇਸ ਤੀਵੀਂ ਦਾ ਨਰੈਣ ਤਾਂ ਉਹੀ ਡੰਗਰ ਹੈ। ਉਹ ਤਾਂ ਤੁਰੀ ਜਾਂਦੀ ਅੱਖ ਨਾਲ ਹੀ ਗੱਲਾਂ ਕਰ ਜਾਂਦੀ ਹੈ। ਮੈਨੂੰ ਕਿਸੇ ਨੇ ਦੱਸਿਆ ਸੀ ਉਹ ਬਾਹਰ ਕੰਨੀ ਵੀ ਸਾਡੇ ਖੂਹ ਕੰਨੀ ਜਾਂਦੀ ਹੈ। ਮੈਂ ਤਾਂ ਗੁੱਤਨੀ ਪੱਟ ਦੂੰ ਫੜ ਕੇ ਭੱਜੜੇ ਪਿੱਟੀ ਦੀ। ਕੁੜੇ ਦਿਆਲੋ ਬਿਨਾਂ ਅੱਖੀ ਦੇਖਿਆ ਕਿਸੇ ਨੂੰ ਕੁਛ ਨਹੀਂ ਕਹੀਦਾ। ਅੱਜ ਕੱਲ੍ਹ ਲਈ ਲਾਈਆਂ ਬੁਝਾਈਆਂ ਲਾਉਣ ਵਾਲੇ ਵੀ ਬਥੇਰੇ ਨੇ। ਤੂੰ ਗਈ ਨਹੀਂ ਭਾਬੀ ਘਰ, ਮੁੰਡਾ ਰੋਂਦਾ ਹੋ, ਚੱਲ ਲੈ ਆਇਆ ਮੈਂ ਸ਼ਰਾਬ। ਤੁਰੇ ਜਾਂਦੇ ਜਾਗਰ ਨੇ ਹੱਥ ਦੀ ਟਕੀ ਸ਼ਰਾਬ ਦੀ ਕੌਲੀ ਦਿਆਲੋ ਨੂੰ ਖਾਂਦਿਆਂ ਕਿਹਾ। ਦਿਆਲੋ ਵੀ ਉਸ ਨਾਲ ਤੁਰ ਪਈ।
ਜਾਗਰ ਤੇ ਹੁਣ ਆਪਸ ਦੇ ਵਿੱਚ ਗੱਲਾਂ ਕਰਦੇ ਜਾਂਦੇ ਆ। ਜਾਗਰਾ ਤੇਰੀ ਇਹ ਚਾਲੇ ਚੰਗੇ ਨਹੀਂ, ਉਹ ਕਹਿੰਦੀ ਤੇਰੇ ਚਾਲੇ ਚੰਗੇ ਨਹੀਂ, ਤੇ ਗਲਤ ਗੱਲ ਹੈ, ਤੈਨੂੰ ਇਸ ਤਰ੍ਹਾਂ ਨਹੀਂ ਜਾਣਾ ਚਾਹੀਦਾ। ਆਪਣੀ ਭੈਂਗੀ ਅੱਖ ਨਾਲ ਜਾਗਰ ਨੂੰ ਤਾੜਿਆ। ਕਿਹਨੇ? ਜਿਹੜੀ ਸੀਗੀ ਦਿਆਲੋ ਭੈਂਗੀ ਅੱਖ ਵੀ ਇੱਕ ਅੱਖ ਤੋਂ ਟੀਰ ਮਾਰਦੀ ਆ। ਉਹਦੇ ਕਰੈਕਟਰ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ, ਉਹਦੇ ਸਰੀਰਕ ਬਣਤਰ ਦੀ ਗੱਲ ਕੀਤੀ ਹੈ, ਉਹਦੇ ਸਰੀਰ ਦੀ ਗੱਲ ਕੀਤੀ ਹੈ, ਉਹਦੇ ਸੁਹੱਪਣ ਦੀ ਗੱਲ ਕੀਤੀ ਹੈ ਵੀ ਕਿੰਨੇ ਕੁ ਉਹਦਾ ਸੋਹਣੀ ਹੈ। ਤੂੰ ਤਾਂ ਉਈਂ ਔਖੀ ਹੁੰਦੀ ਹੈ ਭਾਬੀ। ਇਹਨਾਂ ਦਾ ਆਪਸ ਦੇ ਵਿੱਚ ਗੱਲ ਹੁੰਦੀ ਹੈ। ਦਿਆਲੋ ਉਹਨੂੰ ਰੋਕਦੀ ਹੈ ਭਾਨੋ ਦੇ ਘਰ ਜਾਣ ਤੋਂ, ਤੇ ਉਹ ਕੋਸ਼ਿਸ਼ ਕਰਦਾ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਇਹਨੂੰ ਗੱਲ ਨੂੰ ਟਾਲਿਆ ਜਾਵੇ। ਆਹੋ ਵੀ ਮੈਂ ਜਾਣਦੀ ਹਾਂ, ਆ ਗਿਆ ਭਾਨੋ ਦਾ ਵੱਡਾ ਹਮੇਤੀ। ਉਹ ਕਹਿੰਦਾ ਵੀ ਭਾਨੋ ਦਾ ਕਰੈਕਟਰ ਨਹੀਂ ਮਾੜਾ, ਤੈਨੂੰ ਇਵੇਂ ਲੱਗਦਾ ਕਿ ਆ ਗਿਆ ਕਹਿੰਦਾ ਭਾਨੋ ਦਾ ਵੱਡਾ ਹਮੇਤੀ, ਤੂੰ ਕਹਿੰਦੀ ਚੁੱਪ ਕਰਕੇ ਬਹਿ ਜਾ, ਤੈਨੂੰ ਮੈਂ ਜਾਣਦੀ ਹਾਂ। ਪਰ ਅੱਗੋਂ ਜਾਗਰ ਉਹਦੇ ਨਾਲ ਡਾਇਲੋਗ ਕਰਦਾ, ਦੱਸਦਾ ਕਿ ਤੂੰ ਕਿਹੜਾ ਬਹੁਤੀ ਚੰਗੀ ਹੈਗੀ ਹੈ। ਉਹ ਫਿਰ ਕਹਿੰਦੇ ਨਿਆਣਾ ਹੋਵੇਂ ਚਪੇੜ ਮਾਰ ਕੇ ਬਿਠਾ ਲਾਂ, ਹੈ ਹੀ ਬੁੱਢ ਬਲੇਟ ਤੋਂ ਬਾਅਦ ਬਹੁਤ ਵੱਡੀ ਸਾਰੀ ਉਮਰ ਦਾ ਬੰਦਾ ਹੈ ਤੂੰ, ਤੈਨੂੰ ਮੈਂ ਕਿਵੇਂ ਹੁਣ ਸਮਝਾਵਾਂ। ਮੈਂ ਤੈਨੂੰ ਇਸੇ ਤਰ੍ਹਾਂ ਸਮਝਾ ਸਕਦੀ ਹਾਂ, ਗੱਲਾਂ ਬਾਤਾਂ ਨਾਲ ਸਮਝਾ ਸਕਦੀ ਹਾਂ, ਛੋਟਾ ਬੱਚਾ ਹੋਵੇ ਤੈਨੂੰ ਕੁੱਟ ਕੇ ਸਮਝਾ ਲੈ। ਦੀਵੇ ਮਿਲਦਿਆਂ ਨਾਲ ਪੋਲੇ ਪੋਲੇ ਪੈਰ ਧਰਦਾ, ਇੱਥੇ ਨਾਵਲ ਦਾ ਅਗਲਾ ਕਹਾਣੀ ਸ਼ੁਰੂ ਹੋ ਜਾਂਦੀ ਹੈ। ਕਹਿੰਦੇ ਦੀਵੇ ਮਿਲਦਿਆਂ ਭਾਵ ਦੀਵੇ ਲੱਗਦਿਆਂ ਹੀ, ਉਦੋਂ ਕਿਹੜਾ ਲਾਈਟਾਂ ਹੁੰਦੀਆਂ ਸੀਗੀਆਂ, ਬਿਜਲੀ ਹੁੰਦੀ ਸੀਗੀ। ਦੀਵੇ ਜਗੇ ਜਦੋਂ ਥੋੜ੍ਹਾ ਜਿਹਾ ਹਨੇਰਾ ਹੋਇਆ, ਘਰਾਂ 'ਚ ਦੀਵੇ ਜਗੇ ਤੇ ਪੋਲੇ ਪੋਲੇ ਪੈਰ ਧਰਦਾ, ਡੱਬ ਵਿੱਚ ਬੋਤਲ ਦੇ ਨਰੈਣ ਘਰ ਵੱਲ ਚੋਰਾਂ ਵਾਂਗ ਤੁਰਿਆ ਜਾਂਦਾ। ਜਾਗਰ ਸੋਚ ਰਿਹਾ ਸੀ ਕਿਤੇ ਠੀਕ ਹੀ ਤਾਂ ਨਹੀਂ ਸੀ ਆਖਦੀ ਭਾਬੀ। ਨਹੀਂ ਨਰੈਣ ਤਾਂ ਆਪਣਾ ਯਾਰ ਹੈ। ਭਾਨੋ ਨਹੀਂ, ਉਹ ਤਾਂ ਆਪਣੀ ਭਾਬੀ ਹੈ। ਭਾਨੋ ਦੇ ਕਰੈਕਟਰ ਬਾਰੇ ਉਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਗੱਲ ਹੋ ਗਈ ਕਿ ਭਾਨੋ ਕਰੈਕਟਰ ਦੀ ਮਾੜੀ ਹੈ ਜਾਂ ਉਹਦਾ ਜਿਹੜਾ ਆਚਰਣ ਹੈਗਾ ਉਹ ਵਧੀਆ ਨਹੀਂ ਹੈਗਾ। ਇਹ ਗੱਲ ਉਹਦੇ ਮਨ 'ਤੇ ਜਾਂਦੀ ਹੈ। ਭਾਨੋ ਰੋਟੀ ਪਕਾ ਰਹੀ ਹੈਗੀ ਹੈ ਤੇ ਜਾਗਰ ਉਹਦਾ ਘਰ ਬੂਹਾ ਖੋਲ੍ਹ ਕੇ ਅੰਦਰ ਚੱਲਦਾ। ਕਹਿੰਦੀ ਉਹ ਇਹਨਾਂ ਦੀ ਗੱਲਬਾਤ ਤੋਂ ਪਤਾ ਲੱਗਦਾ ਕਿ ਜਿਹੜਾ ਨਰਾਇਣਾ ਉਹ ਘਰ ਨਹੀਂ, ਤੇ ਉਹ ਚਾਹੁੰਦੀ ਹੈ ਕਿ ਵੀ ਜਾਗਰ ਇੱਥੋਂ ਚਲਾ ਜਾਵੇ, ਪਰ ਉਹ ਬੰਦਾ ਧੱਕੇ ਨਾਲ ਹੀ ਉੱਥੇ ਬੈਠ ਜਾਂਦਾ, ਬੈਠ ਕੇ ਸ਼ਰਾਬ ਪੀਣ ਲੱਗ ਜਾਂਦਾ ਤੇ ਅਖੀਰ ਦੇ ਉੱਪਰ ਗੱਲਾਂ ਬਾਤਾਂ 'ਚੋਂ ਕਰਦਾ, ਕਹਿੰਦਾ ਤੂੰ ਸ਼ਾਇਦ ਮੈਨੂੰ ਓਪਰਾ ਬੰਦਾ ਸਮਝਦੀ ਹੈ ਭਾਬੀ, ਪਰ ਨਰਾਇਣ ਅਸਲ ਵਿੱਚ ਮੇਰਾ ਚਾਚਾ ਲੱਗਦਾ, ਮੁੱਢ ਤੋਂ ਹੀ ਆੜੀ ਰਹੇ ਹਾਂ, ਇਸ ਖਾਤਰ ਮੈਂ ਉਹਨੂੰ ਬਾਈ ਆਖਦਾ। ਉਸਨੇ ਤਾਂ ਮੈਨੂੰ ਨਿੱਕੇ ਹੁੰਦੇ ਨੂੰ ਗੋਦੀ ਚੁੱਕ ਕੇ ਖੜਾਇਆ। ਇਹ ਬਚਪਨ ਦੀਆਂ ਉਹਦੀਆਂ ਆਪਸ ਦੇ ਵਿੱਚ ਗੱਲਾਂ ਕਰਦਾ। ਭਾਨੋ ਦੇ ਨਾਲ ਉਹ ਡਾਇਲੋਗ ਕਰੀ ਜਾਂਦਾ। ਭਾਨੋ ਰੋਟੀਆਂ ਪਕਾ ਕੇ ਹਟੀ ਸੀ ਜਦੋਂ ਜਾਗਰ ਫੇਰ ਹੇਠਾਂ ਉੱਤਰ ਆਇਆ। ਉਹ ਸ਼ਰਾਬ ਪੀ ਕੇ ਤਾਂ ਤੋਂ ਉੱਪਰੋਂ ਹੇਠਾਂ ਉੱਤਰ ਆ ਗਿਆ ਤੇ ਉਹ ਰੋਟੀ ਚੋਪੜਨ ਦੇ ਲਈ ਉਹਨਾਂ ਨੂੰ ਖਿਲਾਰੀ ਬੈਠੀ ਸੀ ਸ਼ਾਬੇ ਦੇ ਵਿੱਚ। ਥੋੜ੍ਹੀ ਜਿਹੀ ਉਹਦਾ ਭਾਫ ਨਿਕਲ ਜੇ ਤੇ ਉਹਨਾਂ ਨੂੰ ਚੋਪੜ ਦੇਵੇ ਉਹ, ਤੇ ਜਾਗਰ ਨੇ ਘੂਰਾ ਮਾਰ ਕੇ ਉਹਦੇ ਕੋਲੇ ਆ ਗਿਆ, ਪਰ ਭਾਨੋ ਨੇ ਉਹਦੇ ਵੱਲ ਧਿਆਨ ਨਾ ਦਿੱਤਾ। ਕੋਈ ਮੈਂ ਕਿਹਾ ਭਾਬੀ ਤੂੰ ਸਾਡੇ ਨਾਲ ਗੁੱਸੇ ਹੈ। ਸ਼ਰਾਬ ਦੀ ਹਵਾੜ ਭਾਨੋ ਦੇ ਸਿਰ ਨੂੰ ਚੜ੍ਹ ਗਈ ਉਹਦਾ ਜਦੋਂ ਗੱਲਾਂ ਬਾਤਾਂ ਕਰ ਰਿਹਾ ਸੀਗਾ। ਉਹਨਾਂ ਗੱਲਾਂ ਬਾਤਾਂ ਦੇ ਵਿੱਚ ਇੱਕ ਗੱਲ ਉਹ ਅੱਗੇ ਜਾ ਕਹਿੰਦਾ, ਭਾਬੀ ਭਾਵੇਂ ਚੰਮ ਦੀਆਂ ਜੁੱਤੀਆਂ ਸਮਾਲ ਹੈ ਪਰ ਘੂਰ ਕੇ ਨਾ ਦੇਖ। ਸਾਰਾ ਦਿਨ ਸੋਚਦੇ ਨੂੰ ਮਸਾਂ ਕਿਤੇ ਦਿਨ ਛਿਪਦਾ, ਤਰਸ ਜਾਈਦਾ ਤੇਰਾ ਮੂੰਹ ਦੇਖਣ ਨੂੰ। ਅਸਲ ਦੇ ਵਿੱਚ ਉਹ ਭਾਨੋ ਨੂੰ ਪਰਖ ਰਿਹਾ ਜਾਂ ਭਾਨੋ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰ ਰਿਹਾ ਜਿਹਦੇ ਵਿੱਚ ਉਹ ਭਾਨੋ ਦੇ ਨਾਲ ਨੇੜਤਾ ਵਧਾਉਣ ਦੀ ਗੱਲ ਕਰ ਰਿਹਾ। ਭਾਬੀ ਸਰਵਣ ਵੀ ਮੇਰਾ ਆੜੀ ਸੀ। ਹੁਣ ਜਿਹੜੀ ਉਹਦੀ ਕਮਜ਼ੋਰ ਰਗ ਸੀਗੀ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ। ਭਾਨੋ ਇਸ ਨਾਵਲ ਦੇ ਵਿੱਚ ਹਮੇਸ਼ਾ ਹੀ ਸਰਵਣ ਦੀ ਗੱਲ ਕਰਦੇ ਆ, ਸਰਵਣ ਬਾਰੇ ਸੋਚਦੀ ਹੈ। ਸਰਵਣ ਐਬਸੈਂਟ ਹੈ, ਉਹਦਾ ਪਹਿਲਾਂ ਵਾਲਾ ਪਤੀ ਜਿਹੜਾ ਉਹਦੇ ਭਰਾਵਾਂ ਨੇ ਮਾਰਤਾ ਸੀ, ਉਹਦੀ ਗੱਲ ਵਾਰ-ਵਾਰ ਹੋ ਰਹੀ ਹੈ। ਇੱਕ ਵਾਰੀ ਜਰਗ ਦੇ ਮੇਲੇ ਤੇ ਉਹ ਮੇਰੇ ਨਾਲ ਘੁਲਿਆ ਵੀ ਸੀ। ਦੇਖੋ ਹੁਣ ਇਹ ਗੱਲ ਕਹਿ ਕੇ ਉਹਨੇ ਭਾਨੋ ਦੇ ਨਾਲ ਨੇੜਤਾ ਗੰਢਣ ਦੀ ਕੋਸ਼ਿਸ਼ ਕੀਤੀ ਹੈ। ਭਾਨੋ ਗੁੱਸਾ ਭੁੱਲ ਗਈ, ਹੌਂਕਾ ਭਰਿਆ, ਰੋਣ ਹਾਕੀ ਹੋ ਕੇ ਜਾਗਰ ਵੱਲ ਦੇਖਿਆ। ਉਦੋਂ ਹੀ ਪਤਾ ਲੱਗਾ ਜਾਗਰ ਨੇ ਉਸਦੀ ਬਾਂਹ ਫੜ ਲਈ। ਇਸ ਤਰ੍ਹਾਂ ਉਹ ਜਾਗਰ ਉਹਦੇ ਨਾਲ ਬਦਤਮੀਜ਼ੀ ਕਰਨ ਦੀ ਗੱਲ ਕਰ ਰਿਹਾ, ਤੇ ਪਰ ਉਹ ਭਾਨੋ ਅਜਿਹੀ ਨਹੀਂ ਸੀ, ਇਸ ਕਰਕੇ ਉਹ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਜਾਗਰ ਨੂੰ ਰੋਕਦੀ ਹੈ ਕਿ ਇੱਦਾਂ ਤੇਰੀ ਗਲਤ ਗੱਲ ਹੈ। ਮੱਝ ਨੇ ਸਿਰ ਹਿਲਾਇਆ, ਸੰਗਲ ਖੜਕਿਆ। ਜਾਗਰ ਨੇ ਸਮਝਿਆ ਨਰੈਣ ਆ ਗਿਆ। ਉਹ ਭਾਨੋ ਨੂੰ ਛੱਡ ਕੇ ਪਰਾਂ ਹੋ ਗਿਆ। ਭਾਨੋ ਨੱਠ ਕੇ ਅੱਗੇ ਦੇ ਭੂਵੇਕੇ ਵਾਂਗੂ ਬਾਹਰ ਨਿਕਲ ਗਈ। ਉਸੇ ਤਰ੍ਹਾਂ ਬਾਹਰ ਖੁੱਲ੍ਹਾ ਛੱਡ ਕੇ ਉਹ ਡਰੀ ਘਬਰਾਈ ਸੰਤੀ ਦੇ ਘਰ ਜਾ ਵੜੀ। ਕੁੜੇ ਭਾਨੋ ਤੂੰ ਐ, ਕਿਵੇਂ ਕੰਧੀ ਕੌਲੀ ਲੱਗਦੀ ਫਿਰਦੀ ਐ? ਸੰਤੀ ਨੇ ਦਰਾਂ ਮੂਹਰੇ ਬੈਠੇ ਇੱਕ ਕਤੂਰੇ ਨੂੰ ਬੁਰਕੀ ਸੁੱਟਦਿਆਂ ਕਿਹਾ। ਮੈਂ ਆ ਬੇਬੇ, ਆ ਕੇ ਭਾਨੋ ਉਸਦੇ ਕੋਲ ਜਾ ਕੇ ਰੋਣ ਲੱਗ ਪਈ। ਹੋ ਕੀ ਗਿਆ, ਦੱਸ ਤਾਂ ਸਹੀ, ਨਰੈਣ ਨੇ ਕੁਛ ਕਿਹਾ ਤਾਂ? ਸੰਤੀ ਨੇ ਉਸਦੇ ਸਿਰ ਉੱਤੇ ਹੱਥ ਰੱਖ ਕੇ ਬੁਲਾਉਂਦਿਆਂ ਕਿਹਾ, ਉਹਨੂੰ ਚੁੱਪ ਕਰਾਉਂਦਿਆਂ ਕਿਹਾ। ਨਹੀਂ ਬੇਬੇ, ਉਹ ਤਾਂ ਘਰ ਹੀ ਨਹੀਂ ਸੀ। ਤੇ ਜਾਗਰ ਅੱਗੋਂ ਗੱਲ ਹਟਕੋਰਿਆਂ ਵਿੱਚ ਖੋ ਗਈ।
ਅੱਛਾ ਉਸ ਦੀ ਇਹ ਮਜਾਲ, ਮੈਂ ਹੁਣੇ ਪੁੱਟਦੀ ਆਂ ਦਾੜੀ ਹਰਾਮੀ ਦੀ, ਆਖਦੀ ਸੰਤੀ ਦਰਾਂ ਕੋਲ ਪਏ ਗੰਨੇ ਦੇ ਟੋਟੇ ਨੂੰ ਚੁੱਕ ਕੇ ਤੁਰ ਪਈ। ਹੁਣ ਇੱਕ ਪੂਰੀ ਘਰਾਂ ਦੇ ਵਿੱਚ ਉਹਦੀ ਪਹੁੰਚ ਹੈਗੀ ਹੈ ਸੰਤੀ ਦੀ ਲੋਕ ਗੱਲ ਵੀ ਸੁਣਦੇ ਆ, ਔਰ ਸੰਤੀ ਉਸੇ ਪੋਜੀਸ਼ਨ ਦੇ ਅਨੁਸਾਰ ਜਾਗਰ ਨੂੰ ਸਜ਼ਾ ਦੇਣ ਦੇ ਲਈ ਘਰ ਦੇ ਵਿੱਚੋਂ ਤੁਰ ਪਈ ਹੈ। ਹੱਥ ਦੇ ਵਿੱਚ ਉਹਦੇ ਗੰਨਾ ਹੈ, ਸੋਟੀ ਦੇ ਥਾਂ ਦੇ ਉੱਪਰ। ਬੇਬੇ ਡੰਡ ਨਾ ਪਾਈ, ਲੋਕ ਕੀ ਕਹਿਣਗੇ। ਹੁਣ ਇਹ ਉਹ ਭਾਨੀ ਕਹਿੰਦੀ ਹੈ ਕਿ ਲੋਕ ਮੈਨੂੰ ਮਾੜਾ ਕਹਿਣਗੇ, ਜਾਣਦੇ ਨਹੀਂ ਲੋਕਾਂ ਨੇ ਕੀ ਕਹਿਣਾ ਸੀ। ਇਹ ਗਿੱਜਿਆ ਭਲਕੇ ਕਿਸੇ ਹੋਰ ਦੀ ਇੱਜ਼ਤ ਨੂੰ ਹੱਥ ਪਾਊਗਾ। ਮੈਂ ਕਿਹਾ ਇਸ ਦਾ ਕੰਮ ਕੀ ਹੈ ਇਸ ਵੇਲੇ ਸਾਡੀ ਬੀਹੀ ਵਿੱਚ ਆਉਣ ਦਾ। ਹੁਣ ਅੱਗੇ ਨਾ ਪਿੰਡਾਂ ਦੇ ਵਿੱਚ ਜਿਹੜੇ ਅਗਵਾੜ ਹੁੰਦੇ ਸੀ, ਅਗਵਾੜਾਂ ਦੇ ਵਿੱਚ ਬਗਾਨਾ ਬੰਦਾ ਜਦੋਂ ਆਉਂਦਾ ਸੀ ਤੇ ਬੁਰਾ ਸਮਝਿਆ ਜਾਂਦਾ ਸੀ, ਕਹਿੰਦੇ ਸਾਡੇ ਘਰਾਂ ਦੇ ਵੱਲ ਕਿਉਂ ਆਉਂਦਾ ਇਹ, ਸਾਡੇ ਗਵਾੜ 'ਚ ਵੜਨ ਦਾ ਕੰਮ ਕੀ ਹੈ ਦੂਜੇ ਗਵਾੜ ਦੇ ਬੰਦੇ ਦਾ। ਸੰਤੀ ਨੇ ਬੋਲਦੀ ਜਾ ਰਹੀ ਸੀ। ਸੰਤੀ ਦੇ ਜਾਣ ਤੋਂ ਪਹਿਲਾਂ ਹੀ ਜਾਗਰ ਜਾ ਚੁੱਕਿਆ ਸੀ, ਪਰ ਜਿਹੜਾ ਵੀ ਕੋਈ ਮਿਲੇ ਸੰਤੀ ਇਹੀ ਆਖੇ, ਹੈ ਨਹੀਂ ਹਨੇਰ ਸਾਈਂ ਦਾ, ਦਿਆਲੋ ਦਾ ਰੁੜ ਜਾਣਾ। ਜਾਗਰ ਸ਼ਰਾਬ ਪੀ ਕੇ ਨਰੈਣ ਦੇ ਘਰ ਜਾ ਵੜਿਆ। ਨਹੀਂ ਬੇਬੇ ਤੈਨੂੰ ਕੀ ਪਤਾ, ਕਈ ਵਾਰੀ ਇਹੋ ਜਿਹੀਆਂ ਆਪ ਹੀ ਪਹਿਲਾਂ ਮਗਰ ਲਾ ਲੈਂਦੀਆਂ ਨੇ, ਤੇ ਜੇ ਕੋਈ ਉੱਪਰੋਂ ਆ ਜੇ ਡੰਡ ਪਾ ਦਿੰਦੀਆਂ ਨੇ, ਸੱਚੀਆਂ ਬਣਦੀਆਂ ਮਾਰੀਆਂ। ਬਚਨੀ ਨੇ ਸੰਤੀ ਨੂੰ ਦੱਸਿਆ। ਬਚਨੀ ਤੇ ਦਿਆਲੋ ਦੋ ਕਰੈਕਟਰ ਹੈ ਜਿਹੜੇ ਭਾਨੋ ਦੇ ਅਗੇਂਸਟ ਹੈ, ਜਾਂ ਭਾਨੋ ਦੀ ਬਦਖੋਈ ਕਰਦੇ ਆ, ਜਾਂ ਭਾਨੋ ਦੇ ਵਿਰੁੱਧ ਗੱਲਾਂ ਕਰਦੇ ਆ। ਸੰਤੀ ਬਿਲਕੁਲ ਰੱਬ ਦੇ ਬੰਦੇ ਵਾਂਗ, ਜਾਂ ਰੱਬ ਦੇ ਦਿੱਤੀਆਂ ਖਾਣ ਵਾਲੇ ਵਾਂਗ ਉਹ ਸੰਤੀ ਦੀ ਭਾਨੋ ਦਾ ਕਿਤੇ ਨਾ ਕਿਤੇ ਪੱਖ ਲੈਂਦੀ ਹੈ, ਭਾਨੋ ਦੇ ਕਰੈਕਟਰ ਨੂੰ ਸਮਝਦੀ ਹੈ, ਭਾਨੋ ਦੀ ਪੋਜੀਸ਼ਨ ਨੂੰ ਸਮਝਦੀ ਹੈ, ਉਹਦੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਗੱਲ ਕਰਦੀ ਰਹਿੰਦੀ ਹੈ। ਕੁੜੇ ਨਹੀਂ, ਇੰਨੇ ਮਹੀਨੇ ਹੋ ਗਏ ਭਾਨੋ ਨੂੰ ਆਈ ਨੂੰ, ਕਦੇ ਅੱਖ 'ਚ ਭਾਈ ਨਹੀਂ ਰੜਕੀ। ਉਹ ਨਹੀਂ ਇਹੋ ਜਿਹੀ। ਬੇਬੇ ਕਿਹਦੇ ਨੇ ਕਹਿੰਦੇ ਨੇ ਜਾਗਰ ਸ਼ਹਿਰੋਂ ਸੂਟ ਸਮਾ ਕੇ ਲਿਆਇਆ, ਹੋਰ ਐਵੇਂ ਤਾਂ ਨਹੀਂ ਆਉਂਦੇ ਸੂਟ। ਨਹੀਂ ਕੁੜੇ ਇਹ ਤਾਂ ਮੇਰੇ ਸਾਹਮਣੇ ਦੀ ਗੱਲ ਹੈ। ਉਹਦਾ ਨਰੈਣ ਨੇ ਆਪ ਫੜਾਤਾ ਸੀ ਬਈ ਘਰ ਦੇ ਆਈ। ਆਪ ਉਹ ਕਿਸੇ ਕੰਮ ਭਰਥਰੇ ਨੂੰ ਚਲਿਆ ਗਿਆ ਸੀ, ਕਿਸੇ ਹੋਰ ਪਿੰਡ ਚਲਿਆ ਗਿਆ ਸ਼ਹਿਰ ਤੋਂ, ਉਹਨੇ ਫੜਾਤਾ ਜਾਗਰ ਨੂੰ ਕਿ ਸਾਡੇ ਘਰੇ ਫੜਾ ਦੀ, ਇਹ ਭਾਨੋ ਦਾ ਸੂਟ ਹੈ। ਆਹੋ ਬੇਬੇ ਹੋਰ ਤੇਰੇ ਬੈਠੀ ਤੋਂ ਉਹ ਕੀ ਆਖਦੀ, ਇਹੀ ਆਖਦੀ ਸੀ ਬਈ ਨਰੈਣ ਨੇ ਫੜਾਇਆ। ਫੇਰ ਭਾਈ ਰੱਬ ਜਾਣੇ, ਆਖਦੀ ਸੰਤੀ ਨੇ ਦਰਾਂ ਮੂਹਰੇ ਖੜੋਤੇ ਡੱਬੀ ਕੁੱਤੀ ਦੇ ਟਕਾ ਕੇ ਗੰਨਾ ਮਾਰਿਆ। ਉਹ ਚੌਂ ਕਰਦੀ ਤਿੰਨ ਲੱਤਾਂ ਨਾਲ ਹੀ ਉੱਥੋਂ ਭੱਜ ਗਈ। ਤੇ ਭਾਨੇ ਜਿਹੜੇ ਸੰਤੀ ਸੀਗੀ ਉਹਨੇ ਆਪਣਾ ਕਿਤੇ ਨਾ ਕਿਤੇ ਗੁੱਸਾ ਉਤਾਰਤਾ ਇੱਕ ਜਾਨਵਰ ਦੇ ਉੱਪਰ, ਇੱਕ ਪਸ਼ੂ ਦੇ ਉੱਪਰ, ਜਾਂ ਇੱਕ ਕੁੱਤੇ ਦੇ ਉੱਪਰ। ਸੋ ਵਿਦਿਆਰਥੀਓ ਇਸ ਚੈਪਟਰ ਦੇ ਵਿੱਚ, ਇਸ ਕਾਂਡ ਦੇ ਵਿੱਚ ਅਸੀਂ ਦੇਖਿਆ ਕਿ ਭਾਨੋ ਦਾ ਕਰੈਕਟਰ ਹੋਰ ਉੱਭਰਿਆ। ਭਾਨੋ ਦੇ ਬਾਰੇ ਦੱਸਿਆ ਕਿ ਉਹ ਬਹੁਤ ਸਚਿਆਰੀ ਔਰਤ ਹੈ, ਘਰ ਨੂੰ ਉਹਨੇ ਬਹੁਤ ਹੀ ਵਧੀਆ ਢੰਗ ਨਾਲ ਰੱਖਿਆ, ਸਚਿਆਰਪੁਣੇ ਨਾਲ ਰੱਖਿਆ, ਔਰ ਨਰੈਣ ਨੂੰ ਵੀ ਉਹਨੇ ਬੰਦਿਆਂ 'ਚ ਕਰਤਾ ਹੈ। ਉਹਦੇ ਵਧੀਆ ਧੋਤੇ ਸਵਾਰੇ ਕੱਪੜੇ ਪਵਾਉਂਦੀ ਹੈ ਉਹ, ਤੇ ਉਹ ਵੀ ਇੱਕ ਦਾਨੇ ਬੀਨੇ ਬੰਦਿਆਂ ਵਾਂਗੂ, ਪੰਚਾਇਤੀਆਂ ਵਾਂਗੂ ਰਹਿੰਦਾ ਹੈ। ਇਹ ਸਾਰਾ ਕੰਮ ਭਾਨੋ ਨੇ ਕੀਤਾ, ਔਰ ਭਾਨੋ ਦੇ ਆਉਣ ਦੇ ਨਾਲ ਨਰੈਣ ਦਾ ਘਰ ਵੀ ਵਸਿਆ ਘਰਾਂ ਦੇ ਵਿੱਚ ਹੋ ਗਿਆ। ਪਰ ਕਿਉਂਕਿ ਲੋਕ ਨਹੀਂ ਵਸਣ ਦਿੰਦੇ, ਔਰ ਜਿਹੜੀ ਭਾਨੋ ਦੇ ਅਗੇਂਸਟ ਨਿੱਕੀਆਂ ਗੱਲਾਂ, ਨਿੱਕੇ ਲੁੱਤੀਆਂ ਲਾਉਂਦੀਆਂ, ਉਹਨਾਂ ਦੇ ਵਿੱਚੋਂ ਹੀ ਇੱਕ ਦਿਆਲੋ ਹੈ, ਇੱਕ ਬਚਨੀ ਹੈ। ਉਹਦੀ ਕਰੈਕਟਰ ਬਾਰੇ ਹਮੇਸ਼ਾ ਹੀ ਕੁਐਸਚਨ ਖੜੇ ਕਰਦੀਆਂ, ਸਵਾਲ ਖੜੇ ਕਰਦੀਆਂ, ਪਰ ਸੰਤੀ ਇਹ ਚੀਜ਼ਾਂ ਨਹੀਂ ਮੰਨਦੀ। ਤੇ ਅਖੀਰ ਦੇ ਉੱਪਰ ਜਿਹੜਾ ਜਾਗਰ ਹੈਗਾ, ਜਿਹੜਾ ਨਰੈਣ ਦਾ ਦੋਸਤ ਹੈ, ਉਹ ਜਾ ਕੇ ਭਾਨੋ ਦੀ ਇੱਜ਼ਤ ਨੂੰ ਟਿਕਾਉਂਦਾ ਹੈ। ਤੇ ਇੱਥੇ ਜਾ ਕੇ ਹੁਣ ਨਾਵਲ ਇੱਥੇ ਤੱਕ ਪਹੁੰਚ ਗਿਆ, ਔਰ ਜਦੋਂ ਉਹ ਭਾਨੋ ਇਸ ਗੱਲੋਂ ਘਰੋਂ ਭੱਜ ਕੇ ਸੰਤੀ ਦੇ ਘਰ ਆ ਜਾਂਦੀ ਹੈ ਔਰ ਆਪਣੀ ਇੱਜ਼ਤ ਬਚਾ ਲੈਂਦੀ ਹੈ। ਸੋ ਵਿਦਿਆਰਥੀਓ ਇਹ ਇੱਕ ਜਿਹੜੀ ਰਾਈਟਰ ਹੈਗੀ ਹੈ, ਨਾਵਲਕਾਰਾ ਹੈਗੀ ਹੈ, ਉਹਦੀ ਖਾਸੀਅਤ ਹੈ ਉਹ ਆਪਣੀਆਂ ਜਿਹੜੀਆਂ ਕੇਂਦਰੀ ਪਾਤਰ ਹੈਗੀਆਂ ਜਾਂ ਮੁੱਖ ਪਾਤਰ ਹੈਗੀਆਂ ਨਾਵਲ ਦੀਆਂ, ਕਿਸੇ ਵੀ ਨਾਵਲ 'ਚ ਦੇਖ ਲਓ ਉਹਦੇ, ਉਹ ਨਾ ਕਰੈਕਟਰ ਦੀਆਂ ਬਹੁਤ ਉੱਚ ਪਾਏ ਦੀਆਂ ਹੈਗੀਆਂ। ਉਹ ਆਪਣੇ ਕਰੈਕਟਰ ਦੇ ਨਾਲ ਸਮਝੌਤਾ ਨਹੀਂ ਕਰਦੀਆਂ। ਸਮਾਜ ਬੇਸ਼ੱਕ ਉਹਨਾਂ ਨੂੰ ਦਰ ਦੀਆਂ ਠੋਕਰਾਂ ਦਿੰਦਾ, ਉਹ ਘਰੋਂ ਬੇਘਰ ਹੋ ਜਾਂਦੀਆਂ, ਪਰ ਉਹ ਆਪਣੇ ਕਰੈਕਟਰ ਨੂੰ, ਆਪਣੇ ਚਰਿੱਤਰ ਨੂੰ ਸਚਿਆਰਾ ਰੱਖਦੀਆਂ। ਇਸੇ ਤਰ੍ਹਾਂ ਦੀ ਗੱਲ ਹੀ ਇਸ ਨਾਵਲ ਦੇ ਵਿੱਚ ਅਸੀਂ ਭਾਨੋ ਦੇ ਕਰੈਕਟਰ ਬਾਰੇ ਵੀ ਦੇਖਦੇ ਹਾਂ। ਇੱਥੇ ਆ ਕੇ ਅੱਜ ਆਪਾਂ ਗੱਲ ਖਤਮ ਕਰਦੇ ਹਾਂ, ਨਵੀਂ ਗੱਲ ਸ਼ੁਰੂ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਆਪਾਂ ਦੇਖਾਂਗੇ ਨਾਵਲ ਦੇ ਅਗਲੇ ਚੈਪਟਰਾਂ ਦੇ ਵਿੱਚ ਕਿ ਰਾਈਟਰ ਕੀ ਕਹਿਣਾ ਚਾਹੁੰਦੀ ਹੈ, ਕਿਸ ਤਰ੍ਹਾਂ ਨਾਵਲ ਦੀ ਕਹਾਣੀ ਅੱਗੇ ਤੁਰਦੀ ਹੈ, ਔਰ ਕਿਵੇਂ ਜਿਹੜਾ ਭਾਨੋ ਦਾ ਕਰੈਕਟਰ ਹੈਗਾ, ਜਾਂ ਸੰਤੀ ਦਾ ਕਰੈਕਟਰ ਹੈਗਾ, ਜਾਂ ਨਰੈਣ ਦਾ ਕਰੈਕਟਰ ਹੈਗਾ, ਹੋਰ ਅੱਗੇ ਵੱਧਦਾ ਹੈ। ਸੋ ਵਿਦਿਆਰਥੀਓ ਅੱਜ ਦਾ ਲੈਕਚਰ ਇੱਥੇ ਹੀ ਖਤਮ ਹੈ।